ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਟਰੰਪ ਖਿਲਾਫ ਹੁਣ ਸੈਨੇਟ 'ਚ ਜਾਵੇਗਾ ਮਹਾਦੋਸ਼ ਦਾ ਮਤਾ। ਬਾਈਡਨ ਦੇ ਸਹੁੰ ਚੁੱਕ ਸਮਾਗਮ ਤੋਂ ਹਫ਼ਤਾ ਪਹਿਲਾਂ ਹੀ ਵਾਸ਼ਿੰਗਟਨ DC 'ਚ ਵਧਾਈ ਗਈ ਸੁਰੱਖਿਆ। ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਿੰਸਾ ਦੀ ਕੀਤੀ ਗਈ ਨਿਖੇਧੀ। ਨੈਂਸੀ ਪੈਲੋਸੀ ਨੇ ਕਿਹਾ ਸੁਰੱਖਿਆ ਨਿਯਮ ਤੋੜਨ ਵਾਲੇ ਸੰਸਦ ਮੈਂਬਰਾਂ ਉੱਤੇ ਜੁਰਮਾਨਾ ਲੱਗੇਗਾ। ਟਵਿੱਟਰ ਦੇ CEO ਨੇ ਕਿਹਾ ਕਿ ਟਰੰਪ ਖਿਲਾਫ ਲਾਈ ਗਈ ਪਾਬੰਦੀ ਹੈ ਜਾਇਜ਼। ਜੋ ਬਾਈਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ। ਟੈਸਲਾ ਨੂੰ ਝਟਕਾ। US ਨੇ ਕੰਪਨੀ ਨੂੰ 1,58,000 ਕਾਰਾਂ ਰੀਕਾਲ ਕਰਨ ਨੂੰ ਕਿਹਾ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਪਿਛਲੇ ਹਫ਼ਤੇ ਅਮਰੀਕੀ ਸੰਸਦ ਕੈਪੀਟਲ ਹਿੱਲ ਉੱਤੇ ਦੰਗੇ ਭੜਕਾਉਣ ਦੇ ਦੋਸ਼ਾਂ ਹੇਠ ਪ੍ਰਤੀਨਿਧੀ ਸਭਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਦੂਜੀ ਵਾਰ ਇਤਿਹਾਸਿਕ ਮਹਾਦੋਸ਼ ਚਲਾਉਣ ਦਾ ਮਤਾ ਪਾਸ ਕਰ ਦਿੱਤਾ ਹੈ। ਹੁਣ ਇਹ ਮਤਾ ਸੈਨੇਟ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਟਰੰਪ ਨੂੰ ਗੱਦੀਓਂ ਉਤਾਰਨ ਲਈ ਬਹਿਸ ਮਗਰੋਂ VOTING ਹੋ ਸਕਦੀ ਹੈ। ਸੈਨੇਟ 19 ਜਨਵਰੀ ਤੱਕ ਮੁਲਤਵੀ ਹੈ ਅਤੇ ਇੱਕ ਦਿਨ ਬਾਅਦ ਹੀ ਜੋ ਬਾਈਡਨ ਨੇ ਮੁਲਕ ਦੇ ਨਵੇਂ ਸਦਰ ਵਜੋਂ ਹਲਫ ਲੈਣਾ ਹੈ। ਬਾਈਡਨ ਨੇ ਆਸ ਜਤਾਈ ਹੈ ਕਿ ਸੈਨੇਟ ਹੋਰ ਅਹਿਮ ਮੁੱਦਿਆਂ ਉੱਤੇ ਵਿਚਾਰ ਕਰਦਿਆਂ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਨੂੰ ਚਲਾਵੇਗੀ। ਉਹਨੇ ਕਿਹਾ ਕਿ ਪ੍ਰਤੀਨਿਧ ਸਭਾ ਦੇ ਮੈਂਬਰਾਂ ਨੇ ਅਮਰੀਕੀ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਹਾਦੋਸ਼ ਦੇ ਪੱਖ ਵਿੱਚ ਵੋਟ ਦਿੱਤੇ ਤਾਂ ਜੋ ਰਾਸ਼ਟਰਪਤੀ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਪ੍ਰਤੀਨਿਧ ਸਭਾ ਦੇ ਸਪੀਕਰ ਨੈਂਸੀ ਪੈਲੋਸੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਮੁਲਕ ਖਿਲਾਫ ਦੇਸ਼ ਧਰੋਹ ਅਤੇ ਹਥਿਆਰਬੰਦ ਬਗਾਵਤ ਨੂੰ ਭੜਕਾਇਆ ਹੈ ਅਤੇ ਉਸ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਸੈਨੇਟ ਵੱਲੋਂ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਵਿਅਕਤੀ ਤੋਂ ਗਣਰਾਜ ਸੁਰੱਖਿਅਤ ਰਹੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪ੍ਰਤੀਨਿਧ ਸਭਾ ਨੇ ਟਰੰਪ ਖਿਲਾਫ ਮਹਾਦੋਸ਼ ਦਾ ਮਤਾ 197 ਦੇ ਮੁਕਾਬਲੇ 232 ਵੋਟਾਂ ਨਾਲ ਪਾਸ ਕਰ ਦਿੱਤਾ ਸੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਵਾਸ਼ਿੰਗਟਨ DC ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਲਡ ਟਰੰਪ ਦੇ ਸਮਰਥਕਾਂ ਦੇ ਪਿਛਲੇ ਹਫ਼ਤੇ US ਕੈਪੀਟਲ ਉੱਤੇ ਹਮਲਾ ਕਰਨ ਦੇ ਬਾਅਦ ਸੰਭਾਵੀ ਖਤਰਿਆਂ ਨੂੰ ਵੇਖਦੇ ਹੋਏ ਵਾਸ਼ਿੰਗਟਨ ਨੇ ਸਾਰੇ ਪ੍ਰਮੁੱਖ ਵਪਾਰਕ ਕੇਂਦਰਾਂ ਵਿੱਚ ਸੁਰੱਖਿਆ ਸਖਤ ਕੀਤੀ ਹੈ। ਇੱਥੇ ਕਈ ਬਲਾਕਾਂ ਵਿੱਚ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ। ਬੁੱਧਵਾਰ ਨੂੰ ਸੜਕਾਂ ਤੋਂ ਕਾਰ ਜਾਂ ਸਕੂਟਰ ਵੀ ਗਾਇਬ ਵਿਖੇ। ਕਈ ਸੈਲਾਨੀ ਵੀ ਇੱਥੇ ਨਜ਼ਰ ਨਹੀਂ ਆਇਆ। ਬਸ ਸਵੇਰ ਦੀ ਸੈਰ ਤੋਂ ਨਿਕਲੇ ਕੁਝ ਲੋਕ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਮਜ਼ਦੂਰ ਇੱਥੇ ਨਜ਼ਰ ਆਏ। ਵਾਸ਼ਿੰਗਟਨ ਵਿੱਚ 20 ਜਨਵਰੀ ਤੱਕ ਤਾਲਾਬੰਦੀ ਲਗਾਈ ਗਈ ਹੈ। ਵਾਈਟ ਹਾਊਸ ਤੋਂ ਲੈ ਕੇ ਬਲਾਕ ਦੂਰ ਨੈਸ਼ਨਲ ਗਾਰਡ ਦੇ ਵਰੀਦਧਾਰੀ ਕਰਮੀ ਇੱਕ ਬੈਂਸ 'ਚੋਂ ਉਤਰ ਕੇ ਇੱਕ ਹੋਟਲ ਵਿੱਚ ਜਾਂਦੇ ਵਿਖੇ। ਵਾਸ਼ਿੰਗਟਨ ਦੀ ਮੇਅਰ ਮੁਰੀਅਲ ਬਾਊਜ਼ਰ ਨੇ ਕਿਹਾ ਕਿ ਪਿਛਲੇ ਹਫ਼ਤੇ ਕੈਪੀਟਲ ਉੱਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਜਾ ਰਹੇ ਡੋਨਲਡ ਟਰੰਪ ਦੇ ਸਮਰਥਕਾਂ ਦੀ ਹਿੰਸਕ ਬਗਾਵਤ ਨੇ 59ਵੇਂ ਉਦਘਾਟਨ ਸਮਾਰੋਹ ਲਈ ਸਾਡੇ ਸਮੂਹ ਸਾਂਝੇਦਾਰ ਨਾਲ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਹੈ। ਕੈਪੀਟਲ ਬਿਲਡਿੰਗ ਵਿੱਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਅਹੁਦਾ ਸੰਭਾਲਣ ਦੇ ਕੁਝ ਦਿਨ ਪਹਿਲਾਂ ਵਾਸ਼ਿੰਗਟਨ ਅਤੇ ਸਾਰੇ 50 ਰਾਜਾਂ ਦੀਆਂ ਰਾਜਧਾਨੀਆਂ ਵਿੱਚ ਸੰਸਦ ਭਵਨਾਂ ਉੱਤੇ ਟਰੰਪ ਸਮਰਥਕਾਂ ਦੇ ਹਥਿਆਰਬੰਦ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਧਿਆਨਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਹਾਰ ਸਵੀਕਾਰ ਨਹੀਂ ਕੀਤੀ ਹੈ ਅਤੇ ਉਹ ਲਗਾਤਾਰ 3 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕਰਦੇ ਰਹੇ ਨੇ। ਉਹਨਾਂ ਦੇ ਇਹਨਾਂ ਦਾਅਵਿਆਂ ਦੌਰਾਨ ਹੀ ਕੈਪੀਟਲ ਬਿਲਡਿੰਗ ਵਿੱਚ ਟਰੰਪ ਦੇ ਸਮਰਥਕਾਂ ਨੇ ਹੱਲਾ ਬੋਲਿਆ ਸੀ ਅਤੇ ਹਿੰਸਾ ਕੀਤੀ ਸੀ, ਜਿਸ ਵਿੱਚ ਕੈਪੀਟਲ ਪੁਲਿਸ ਦੇ ਇੱਕ ਅਧਿਕਾਰੀ ਅਤੇ 4 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਪੀਟਲ ਹਿੱਲ ਉੱਤੇ ਪਿਛਲੇ ਹਫ਼ਤੇ ਹੋਏ ਹਮਲੇ ਦੀ ਸਪਸ਼ਟ ਤੌਰ ਤੇ ਨਿੰਦਾ ਕਰਦਿਆਂ ਕਿਹਾ ਕਿ ਅਜਿਹੀ ਹਿੰਸਾ ਲਈ ਕੋਈ ਬਹਾਨਾ ਨਹੀਂ ਘੜਿਆ ਜਾ ਸਕਦਾ। ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਟਰੰਪ ਨੇ ਕਿਹਾ ਕਿ ਹਿੰਸਾ ਅਤੇ ਭੰਨਤੋੜ ਲਈ ਮੁਲਕ 'ਚ ਕੋਈ ਥਾਂ ਨਹੀਂ ਹੈ। ਆਉਂਦੇ ਦਿਨਾਂ ਵਿੱਚ ਹੋਰ ਪ੍ਰਦਰਸ਼ਨ ਹੋਣ ਦੀਆਂ ਰਿਪੋਰਟਾਂ ਬਾਰੇ ਟਰੰਪ ਨੇ ਕਿਹਾ ਕਿ ਹਰ ਅਮਰੀਕੀ ਦੀ ਆਵਾਜ਼ ਨੂੰ ਸੁਣਿਆ ਜਾਣਾ ਚਾਹੀਦਾ ਹੈ, ਪਰ ਵਿਰੋਧ ਹਿੰਸਕ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ DC ਵਿੱਚ ਅਮਨੋ ਅਮਾਨ ਬਹਾਲ ਰੱਖਣ ਲਈ ਉਹਨਾਂ ਫੈਡਰਲ ਏਜੰਸੀਆਂ ਨੂੰ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਤਜਵੀਜ਼ ਪੇਸ਼ ਕੀਤੀ ਹੈ ਕਿ ਜਿਹੜਾ ਮੈਂਬਰ ਸਦਨ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਉੱਤੇ $10,000 ਜੁਰਮਾਨਾ ਲੱਗਣਾ ਚਾਹੀਦਾ ਹੈ। ਕੈਪੀਟਲ ਹਿੱਲ ਉੱਤੇ ਹਮਲੇ ਮਗਰੋਂ ਸਦਨ ਦੇ ਬਾਹਰ ਮੈਟਲ ਡਿਟੈਕਟਰ ਲਗਾਏ ਗਏ ਹਨ, ਜਿਸ ਦਾ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ ਹੈ। ਕੁਝ ਮੈਂਬਰ ਪਾਸੇ ਤੋਂ ਲੰਘ ਰਹੇ ਨੇ, ਜਦਕਿ ਕੁਝ ਮੈਟਲ ਡਿਟੈਕਟਰ 'ਚ ਬੀਪ ਆਉਣ ਮਗਰੋਂ ਵੀ ਨਹੀਂ ਰੁਕ ਰਹੇ ਨੇ। ਪੈਲੋਸੀ ਨੇ ਕਿਹਾ ਕਿ ਕਈ ਰਿਪਬਲਿਕਨਾਂ ਨੇ ਇਹਤਿਆਤ ਨਾ ਵਰਤ ਕੇ ਅਤੇ ਗਾਲਾਂ ਕੱਢ ਕੇ ਅਮਰੀਕੀ ਨਾਇਕਾਂ ਦਾ ਅਨਾਦਰ ਕੀਤਾ ਹੈ। ਪਹਿਲੀ ਵਾਰ ਨਿਯਮ ਤੋੜਨ ਉੱਤੇ $5,000 ਅਤੇ ਦੂਜੀ ਵਾਰ $10,000 ਦਾ ਜੁਰਮਾਨਾ ਲੱਗੇਗਾ। ਨਿਯਮਾਂ 'ਚ ਬਦਲਾਅ ਬਾਰੇ ਪ੍ਰਤੀਨਿਧ ਸਭਾ 'ਚ VOTING ਹੋਵੇਗੀ।
ਟਵਿੱਟਰ ਦੇ CEO ਜੈਕ ਡੋਰਸੀ ਨੇ ਆਪਣੀ ਕੰਪਨੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਅਕਾਊਂਟ ਪੱਕੇ ਤੌਰ ਉੱਤੇ ਮੁਅੱਤਲ ਕੀਤੇ ਜਾਣ ਨੂੰ ਜਾਇਜ਼ ਠਹਿਰਾਇਆ ਹੈ। ਉਂਝ ਉਹਨਾਂ ਖਬਰਦਾਰ ਕੀਤਾ ਹੈ ਕਿ ਇਹ ਖਤਰਨਾਕ ਮਿਸਾਲ ਬਣ ਜਾਵੇਗੀ ਅਤੇ ਸੋਸ਼ਲ ਮੀਡੀਆ ਉੱਤੇ ਸਿਹਤਮੰਦ ਬਹਿਸ ਨੂੰ ਹੁਲਾਰਾ ਦੇਣ ਵਿੱਚ ਕੰਪਨੀ ਦੀ ਨਾਕਾਮੀ ਝਲਕੇਗੀ। ਟਰੰਪ ਦੇ ਹਮਾਇਤੀਆਂ ਵੱਲੋਂ ਕੈਪੀਟਲ ਹਿੱਲ ਉੱਤੇ ਹਮਲੇ ਮਗਰੋਂ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਖਾਤਾ ਪੱਕੇ ਤੌਰ ਉੱਤੇ ਮੁਅੱਤਲ ਕਰ ਦਿੱਤਾ ਸੀ, ਕਿਉਂਕਿ ਹੋਰ ਹਿੰਸਾ ਭੜਕਾਉਣ ਦਾ ਖਦਸ਼ਾ ਜਤਾਇਆ ਗਿਆ ਸੀ। ਉਹਨੇ ਕਿਹਾ ਕਿ ਜੇਕਰ ਲੋਕ ਟਵਿੱਟਰਾਂ ਦੇ ਨਿਯਮਾਂ ਨਾਲ ਸਹਿਮਤ ਨਹੀਂ ਹਨ ਤਾਂ ਉਹ ਕਿਸੇ ਦੂਜੀ ਇੰਟਰਨੈਟ ਸੇਵਾ ਦਾ ਰੁਖ ਕਰ ਸਕਦੇ ਨੇ। ਅਮਰੀਕਾ 'ਚ ਭਾਰਤੀ ਮੂਲ ਦੇ ਸਾਂਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਅਮਰੀਕਾ 'ਚ ਬੀਤੇ 3 ਨਵੰਬਰ ਨੂੰ ਹੋਏ ਰਾਸ਼ਟਰਪਤੀ ਚੋਣਾਂ 'ਚ ਚੁਣੇ ਗਏ ਬਾਈਡਨ ਦੀ ਜਿੱਤ ਉੱਤੇ ਮੋਹਰ ਲਗਾਉਣ ਲਈ ਬੀਤੀ 6 ਜਨਵਰੀ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਟਰੰਪ ਸਮਰਥਕਾਂ ਨੇ ਸੰਸਦ ਭਵਨ ਉੱਤੇ ਹਮਲਾ ਕਰ ਦਿੱਤਾ ਸੀ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਬਾਈਡਨ ਦੀ ਜਿੱਤ ਉੱਤੇ ਮੋਹਰ ਲਾਉਣ ਦੀ ਰਸਮੀ ਪੂਰੀ ਕੀਤੀ ਗਈ ਸੀ। ਖੰਨਾ ਨੇ ਮੰਗਲਵਾਰ ਨੂੰ CNN ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਕਿ ਡੈਮੋਕ੍ਰੇਟ ਤੇ ਰਿਪਬਲਿਕਨ ਦੋਵੇਂ ਸੰਸਦ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਹਿੰਸਾ ਦਾ ਖਤਰਾ ਸਿਰਫ ਡੈਮੋਕ੍ਰੇਟ ਆਗੂਆਂ ਨੂੰ ਹੀ ਨਹੀਂ ਬਲਕਿ ਇਹ ਖਤਰਾ ਰਿਪਬਲਿਕਨ ਆਗੂਆਂ ਨੂੰ ਵੀ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ ਕਿ ਮੈਂ ਨਹੀਂ ਦੱਸਣਾ ਚਾਹੁੰਦਾ ਕਿ ਧਮਕੀਆਂ ਕਿਹੜੇ ਲੋਕਾਂ ਨੂੰ ਮਿਲੀਆਂ ਨੇ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਬਣਿਆ ਰਹੇਗਾ। ਫਿਲਹਾਲ ਸਮਾਂ ਅੱਜ ਕੱਲ੍ਹ ਛੋਟੀ ਜਿਹੀ ਬ੍ਰੇਕ ਦਾ। ਤੂੰ ਨਿੱਕੀ ਨਿੱਕੀ ਗੱਲ ਤੇ ਲੜਦਾ ਏ, ਮੈਨੂੰ ਪਰੇਸ਼ਾਨ ਤੂੰ ਕਰਦਾ ਏ, ਗਲਤੀਆਂ ਆਪੇ ਕਰ ਕੁਰ ਕੇ ਦੋਸ਼ ਮੇਰੇ ਤੇ ਤਰਦਾ ਏ, ਕਦੋਂ ਦੀ ਛੱਡ ਜਾਂਦੀ ਤੈਨੂੰ ਮੈਂ ਦਿਲ ਚੋਂ ਕੱਢ ਜਾਂਦੀ ਤੈਨੂੰ, ਹਰ ਵਾਰੀ ਮੈਂ ਤਾਂ ਦਿਲ ਹੱਥੋਂ ਮਰਦੀ ਆਂ, ਵੇ ਮੈਂ ਤੈਨੂੰ ਪਿਆਰ ਕਰਦੀ ਆਂ, ਆਈਓ ਤੇਰੇ ਨਖਰੇ ਕਰਦੀ ਆਂ। ਰੀਅਲ ਏਸਟੇਟ ਤੇ ਮਾਰਟਗੇਜ ਦੀ ਦੁਨੀਆ ਵਿੱਚ ਇੱਕ ਭਰੋਸੇਮੰਦ ਨਾਮ ਜ਼ੈਂਡਰ ਮਾਰਟਗੇਜ ਤੇ ਰੀਅਲ ਏਸਟੇਟ ਦੇ ਮੋਹਨ ਚੀਮਾ ਤੇ ਉਹਨਾਂ ਦਾ ਤਜਰਬੇਕਾਰ ਸਟਾਫ ਤੁਹਾਨੂੰ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਉਹਨਾਂ ਕੋਲੋਂ ਘਰ ਖਰੀਦ ਸਕਦੇ ਹੋ, ਵੇਚ ਸਕਦੇ ਹੋ ਜਾਂ ਘਰ ਦੀ ਮਾਰਟਗੇਜ ਕਰਾ ਸਕਦੇ ਹੋ ਜਾਂ ਫਿਰ ਆਪਣੇ ਘਰ ਨੂੰ ਰੀਫਾਈਨਾਂਸ ਵੀ ਕਰਾ ਸਕਦੇ ਹੋ। ਇਸ ਦੇ ਨਾਲ ਕਮਰਸ਼ੀਅਲ ਤੇ ਫਾਰਮਿੰਗ ਦੀ ਰੀਅਲ ਏਸਟੇਟ ਤੇ ਇਹ ਲੋਨ ਵੀ ਕਰਾਉਂਦੇ ਨੇ। ਅੱਜ ਹੀ ਕਾਲ ਕਰੋ ਬ੍ਰੋਕਰ ਮੋਹਨ ਚੀਮਾ ਨੂੰ। ਫੋਨ 559 825 5555 5555 ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਵਿੱਚ। ਅਮਰੀਕਾ ਦੀ ਆਟੋ ਸੇਫਟੀ ਏਜੰਸੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਬੁੱਧਵਾਰ ਨੂੰ ਟੈਸਲਾ ਤੋਂ 1,58,000 ਕਾਰਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਇਸ ਲਿਸਟ ਵਿੱਚ ਟੈਸਲਾ ਦਾ ਮਾਡਲ S ਅਤੇ ਮਾਡਲ X ਸ਼ਾਮਲ ਹੈ। ਮੀਡੀਆ ਕੰਟਰੋਲ ਯੂਨਿਟ 'ਚ ਖਾਮੀ ਕਾਰਨ ਇਹਨਾਂ ਨੂੰ ਰੀਕਾਲ ਕਰਨ ਨੂੰ ਕਿਹਾ ਗਿਆ ਹੈ। ਇਸ ਖਾਮੀ ਕਾਰਨ ਟੱਚ ਸਕਰੀਨ ਡਿਸਪਲੇ ਕੰਮ ਨਹੀਂ ਕਰ ਰਹੀ ਅਤੇ ਇਸ ਨਾਲ ਸੇਫਟੀ ਰਿਸਕ ਵੱਧ ਰਿਹਾ ਹੈ। ਨਵੰਬਰ 'ਚ ਸੁਰੱਖਿਆ ਜਾਂਚ ਅਪਗ੍ਰੇਡ ਕਰਨ ਤੋਂ ਬਾਅਦ ਆਟੋ ਸੇਫਟੀ ਏਜੰਸੀ ਨੇ ਟੈਸਲਾ ਨੂੰ ਇਹ ਰਿਕੁਐਸਟ ਇੱਕ ਫਾਰਮਲ ਲੈਟਰ ਵਿੱਚ ਭੇਜੀ ਹੈ। ਏਜੰਸੀ ਨੇ 2012 ਤੋਂ 2018 ਮਾਡਲ S ਅਤੇ 2016 ਤੋਂ 2018 ਮਾਡਲ X ਵਹੀਕਲ ਦੀ ਜਾਂਚ ਕੀਤੀ ਸੀ। ਜਾਂਚ ਵਿੱਚ ਇਹਨਾਂ ਮਾਡਲ 'ਚ ਮੋਟਰ ਵਹੀਕਲ ਸੇਫਟੀ ਨਾਲ ਜੁੜੀਆਂ ਖਾਮੀਆਂ ਪਾਈਆਂ ਗਈਆਂ ਹਨ। ਟੈਸਲਾ ਨੇ ਅੱਜ ਇਸ ਅਪੀਲ ਉੱਤੇ ਕੋਈ ਬਿਆਨ ਨਹੀਂ ਦਿੱਤਾ ਹੈ, ਪਰ ਕੰਪਨੀ ਨੂੰ 27 ਜਨਵਰੀ ਤੱਕ ਇੱਕ NHTSA ਨੂੰ ਜ਼ਰੂਰ ਜਵਾਬ ਦੇਣਾ ਹੈ। ਜੇਕਰ ਟੈਸਲਾ ਗੱਡੀਆਂ ਨੂੰ ਵਾਪਸ ਲੈਣ ਦੀ ਗੱਲ ਨਾਲ ਸਹਿਮਤ ਨਹੀਂ ਹੈ ਤਾਂ ਉਸ ਨੂੰ ਏਜੰਸੀ ਨੂੰ ਆਪਣੇ ਫੈਸਲੇ ਦੇ ਬਾਰੇ ਪੂਰੀ ਜਾਣਕਾਰੀ ਦੇਣੀ ਪਵੇਗੀ। NHTSA ਏਜੰਸੀ ਦਾ ਕਹਿਣਾ ਹੈ ਕਿ ਟੱਚ ਸਕਰੀਨ ਫੇਲੀਅਰ ਕਾਰਨ ਕਈ ਸੇਫਟੀ ਇਸ਼ੂ ਪੈਦਾ ਹੋ ਰਹੇ ਨੇ, ਜਿਸ ਵਿੱਚ ਰੀਅਰ ਵਿਊ ਬੈਕਅਪ ਕੈਮਰਾ ਇਮੇਜ ਨੂੰ ਨੁਕਸਾਨ ਹੋ ਰਿਹਾ ਹੈ। NHTSA ਨੇ ਕਿਹਾ ਕਿ ਟੈਸਲਾ ਨੂੰ ਆਪਣੇ ਵਾਹਨਾਂ 'ਚ ਕੁਝ ਇਸ਼ੂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਨੇ ਆਪਣੀਆਂ ਗੱਡੀਆਂ 'ਚ ਕਈ ਓਵਰ ਅਪਡੇਟ ਲਾਗੂ ਕੀਤੇ ਨੇ, ਪਰ ਏਜੰਸੀ ਮੁਤਾਬਕ ਇਹ ਅਪਡੇਟ ਨਾਕਾਫੀ ਨੇ। ਕੰਪਨੀ ਨੂੰ ਇਹਨਾਂ ਵਾਹਨਾਂ ਨਾਲ ਜੁੜੇ ਅਪਡੇਟਸ ਉੱਤੇ ਹੋਰ ਕੰਮ ਕਰਨਾ ਚਾਹੀਦਾ ਹੈ। NHTSA ਨੇ ਇਹ ਵੀ ਕਿਹਾ ਕਿ ਕਾਨੂੰਨਾਂ ਦੇ ਤਹਿਤ ਵਾਹਨ ਨਿਰਮਾਤਾ ਕੰਪਨੀਆਂ ਨੂੰ ਸੁਰੱਖਿਆ ਨਾਲ ਸੰਬੰਧਿਤ ਇਸ਼ੂ ਨੂੰ ਦੂਰ ਕਰਨ ਲਈ ਗੱਡੀਆਂ ਨੂੰ ਰੀਕਾਲ ਕਰਨ ਜਾਂ ਵਾਪਸ ਬੁਲਾਉਣਾ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ 10 ਮਾਹਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਪਹੁੰਚ ਗਈ ਹੈ। ਇਹ ਟੀਮ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੁਹਾਨ ਤੋਂ ਹੋਈ ਹੈ ਜਾਂ ਨਹੀਂ। ਸ਼ੁਰੂਆਤੀ ਆਨਾਕਾਨੀ ਤੇ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਚੀਨ ਨੇ WHO ਦੀ ਟੀਮ ਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਹੈ। ਬੀਜਿੰਗ ਉੱਤੇ ਇਹ ਵੀ ਦੋਸ਼ ਹੈ ਕਿ ਉਸਦੇ ਵੁਹਾਨ ਸ਼ਹਿਰ ਸਥਿਤ ਲੈਬੋਰੇਟਰੀ ਤੋਂ ਹੀ ਵਿਸ਼ਵ ਮਹਾਮਾਰੀ ਦਾ ਕਾਰਨ ਬਣਨ ਵਾਲਾ COVID-19 ਵਾਇਰਸ ਪੈਦਾ ਹੋਇਆ ਤੇ ਇੱਥੋਂ ਤੋਂ ਪੂਰੀ ਦੁਨੀਆ ਵਿੱਚ ਫੈਲ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਭ ਤੋਂ ਪਹਿਲਾਂ ਇਹ ਦੋਸ਼ ਲਗਾਇਆ ਸੀ ਅਤੇ ਇਸ ਨੂੰ ਚੀਨੀ ਵਾਇਰਸ ਕਰਾਰ ਦਿੱਤਾ ਸੀ। WHO ਦੇ ਮਾਹਿਰਾਂ ਦੀ ਟੀਮ ਖਾਸ ਤੌਰ ਉੱਤੇ ਵਾਇਰਸ ਦਾ ਕੇਂਦਰ ਰਹੇ ਵੁਹਾਨ ਦੀ ਜਾਂਚ ਕਰੇਗੀ।
ਦਸੰਬਰ 2019 ਵਿੱਚ ਇਸੇ ਸ਼ਹਿਰ 'ਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਟਰੰਪ ਸਮੇਤ ਦੁਨੀਆ ਦੇ ਕਈ ਆਗੂਆਂ ਦੇ ਦੋਸ਼ਾਂ ਤੋਂ ਬਾਅਦ WHO ਦਾ ਸਰੋਤ ਜਾਂਚ ਦੀ ਗੱਲ ਕਹੀ ਸੀ, ਪਰ ਸ਼ੁਰੂਆਤ 'ਚ ਬੀਜਿੰਗ ਇਸ ਲਈ ਤਿਆਰ ਨਹੀਂ ਸੀ। ਉੱਥੇ ਹੀ WHO ਦੀ 10 ਮੈਂਬਰੀ ਟੀਮ ਨੂੰ ਆਗਿਆ ਦੇਣ ਵਿੱਚ ਆਨਾਕਾਨੀ ਕਰ ਰਹੇ ਸਨ। ਕਿਸਾਨ ਅੰਦੋਲਨ ਉੱਤੇ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ 15 ਜਨਵਰੀ ਨੂੰ ਖੁੱਲੇ ਦਿਮਾਗ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਆਗੂਆਂ ਨਾਲ 9ਵੇਂ ਗੇੜ ਦੀ ਗੱਲਬਾਤ ਸ਼ੁੱਕਰਵਾਰ ਨੂੰ ਹੋਣ ਵਾਲੀ ਹੈ ਅਤੇ ਕੇਂਦਰ ਸਕਾਰਾਤਮਕ ਚਰਚਾ ਨੂੰ ਲੈ ਕੇ ਆਸਵੰਦ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੇਤ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਸੰਘ ਸਰਕਾਰ ਨਾਲ ਨਿਰਧਾਰਿਤ 9ਵੇਂ ਗੇੜ ਦੀ ਗੱਲਬਾਤ 'ਚ ਸ਼ਾਮਲ ਹੋਣਗੇ। ਉਹਨਾਂ ਨੇ ਕਿਹਾ ਕਿ ਮਾਮਲਾ ਸੁਲਝਾਉਣ ਲਈ ਗੱਲਬਾਤ ਜਾਰੀ ਰੱਖਣਾ ਅਤੇ ਅੰਦੋਲਨ ਸਮਾਪਤ ਕਰਨਾ ਜ਼ਰੂਰੀ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਕਿਸਾਨ ਸੰਗਠਨਾਂ ਨੂੰ ਸ਼ੁੱਕਰਵਾਰ ਦੀ ਬੈਠਕ ਤੋਂ ਕੋਈ ਉਮੀਦ ਹੈ ਤਾਂ ਟਿਕੇਤ ਨੇ ਕਿਹਾ ਕਿ ਵੇਖਦੇ ਹਾਂ ਕਿ ਅੱਜ ਕੀ ਹੁੰਦਾ ਹੈ, ਪਰ ਸਾਡੀਆਂ ਬੈਠਕਾਂ ਸਰਕਾਰ ਨਾਲ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਸਾਡਾ ਵਿਰੋਧ ਖਤਮ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਬੈਠਕਾਂ ਦਾ ਵਿਰੋਧ ਨਹੀਂ ਕਰਾਂਗੇ। ਅੰਤ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਨਾਲ ਅੱਜ ਅਗਰ ਕੋਈ ਹੱਲ ਨਹੀਂ ਨਿਕਲਿਆ ਤਾਂ ਸਰਕਾਰ ਨਾਲ 9ਵੇਂ ਗੇੜ ਦੀ ਗੱਲਬਾਤ ਆਖਰੀ ਹੋ ਸਕਦੀ ਹੈ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੀ ਸੁਪਰੀਮ ਕੋਰਟ ਦੀ ਕਮੇਟੀ 'ਚੋਂ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਖੁਦ ਨੂੰ ਵੱਖ ਕਰ ਲਿਆ। ਮਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ ਅਤੇ ਉਹ ਇਹਨਾਂ ਤਿੰਨੋਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਹਨ। ਹਾਲਾਂਕਿ ਹੁਣ ਉਹਨਾਂ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਾ ਕਰਨ ਲਈ ਕਿਸੇ ਵੀ ਅਹੁਦੇ ਦਾ ਤਿਆਗ ਕਰਨ ਨੂੰ ਤਿਆਰ ਨੇ। ਉਹਨਾਂ ਨੇ ਪੱਤਰ ਵਿੱਚ ਕਿਸਾਨ ਯੂਨੀਅਨ ਅਤੇ ਜਨਤਾ ਦੇ ਵਿਚਾਲੇ ਭਾਵਨਾਵਾਂ ਅਤੇ ਸ਼ੱਕ ਦਾ ਵੀ ਹਵਾਲਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਅਤੇ ਇੱਕ ਯੂਨੀਅਨ ਨੇਤਾ ਦੇ ਤੌਰ ਉੱਤੇ ਕਿਸਾਨ ਯੂਨੀਅਨਾਂ ਅਤੇ ਜਨਤਾ ਦੇ ਵਿਚਾਲੇ ਫੈਲੇ ਸ਼ੱਕ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਕਿਸੇ ਵੀ ਅਹੁਦੇ ਤੋਂ ਤਿਆਗ ਕਰਨ ਨੂੰ ਤਿਆਰ ਹਾਂ ਤਾਂ ਕਿ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਸਮਝੌਤਾ ਨਾ ਹੋ ਸਕੇ। ਮੈਂ ਕਮੇਟੀ ਤੋਂ ਖੁਦ ਨੂੰ ਵੱਖ ਕਰ ਰਿਹਾ ਅਤੇ ਮੈਂ ਸਦਾ ਆਪਣੇ ਕਿਸਾਨਾਂ ਅਤੇ ਪੰਜਾਬ ਦੇ ਨਾਲ ਖੜਾ ਰਹਾਂਗਾ। ਮਾਨ ਦੇ ਖੁਦ ਨੂੰ ਵੱਖ ਕਰਨ ਦੇ ਬਾਅਦ ਕਮੇਟੀ ਵਿੱਚ ਹੁਣ 3 ਮੈਂਬਰ ਬਚੇ ਨੇ। ਇਹਨਾਂ ਵਿੱਚ ਅੰਤਰਰਾਸ਼ਟਰੀ ਨੀਤੀ ਅਨੁਸੰਧਾਨ ਸੰਸਥਾਨ ਦੇ ਡਾਕਟਰ ਪ੍ਰਮੋਦ ਕੁਮਾਰ ਜੋਸ਼ੀ, ਖੇਤੀ ਅਰਥਸ਼ਾਸਤਰੀ ਅਤੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਪ੍ਰਧਾਨ ਅਸ਼ੋਕ ਗੁਲਾਟੀ ਅਤੇ ਖੇਤਕਾਰੀ ਸੰਗਠਨ ਦੇ ਪ੍ਰਧਾਨ ਅਨਿਲ ਗਨਵਤ ਸ਼ਾਮਲ ਹਨ। ਪਿਛਲੇ ਮਹੀਨੇ ਮਾਨ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਇੱਕ ਖੱਤ ਲਿਖ ਕੇ ਕੁਝ ਮੰਗਾਂ ਸਾਹਮਣੇ ਰੱਖੀਆਂ ਸੀ। ਉਹਨਾਂ ਨੇ ਲਿਖਿਆ ਸੀ ਕਿ ਅਸੀਂ ਉਹਨਾਂ ਮੰਗਾਂ ਦੇ ਪੱਖ ਵਿੱਚ ਹਾਂ, ਸਰਕਾਰ ਦਾ ਸਮਰਥਨ ਕਰਨ ਲਈ ਅੱਗੇ ਆਏ ਹਾਂ। ਅਸੀਂ ਜਾਣਦੇ ਹਾਂ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਤੇ ਵਿਸ਼ੇਸ਼ ਕਰ ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ 'ਚ ਸ਼ਾਮਲ ਕੁਝ ਤੱਤ ਇਹਨਾਂ ਖੇਤੀ ਕਾਨੂੰਨਾਂ ਦੇ ਬਾਰੇ ਵਿੱਚ ਕਿਸਾਨਾਂ 'ਚ ਗਲਤਫਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਏਅਰ ਕੈਨੇਡਾ ਨੇ ਕਰੋਨਾ ਮਹਾਮਾਰੀ ਦੇ ਕਾਰਨ ਅਧਿਕਾਰਿਕ ਯਾਤਰਾ ਪਾਬੰਦੀਆਂ ਦੇ ਮੱਦੇਨਜ਼ਰ ਕਰੀਬ 1700 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਕੋਵਿਡ-19 ਮਿਟੀਗੇਸ਼ਨ ਐਂਡ ਰਿਕਵਰੀ ਪਲਾਨ ਤਹਿਤ ਪਹਿਲੀ ਤਿਮਾਹੀ ਸਿਸਟਮ ਦੀ ਸਮਰੱਥਾ ਨੂੰ 25% ਤੱਕ ਘੱਟ ਕਰ ਰਹੀ ਹੈ। ਉਸਨੇ ਕਿਹਾ ਕਿ ਐਕਸਪ੍ਰੈਸ ਵਾਹਕ 'ਚ 200 ਤੋਂ ਜ਼ਿਆਦਾ ਪ੍ਰਭਾਵਿਤ ਕਰਮਚਾਰੀਆਂ ਦੇ ਇਲਾਵਾ ਕਰੀਬ 1700 ਕਰਮਚਾਰੀਆਂ ਦੇ ਕਾਰਜਬਲ ਦੀ ਕਮੀ ਹੋਵੇਗੀ। ਕੰਪਨੀ ਦੁਆਰਾ 25% ਦੀ ਕਮੀ ਦੇ ਨਾਲ 2021 ਦੀ ਪਹਿਲੀ ਤਿਮਾਹੀ ਵਿੱਚ ਸਮਰੱਥਾ 2019 ਦੀ ਪਹਿਲੀ ਤਿਮਾਹੀ 'ਚ ਏਅਰ ਇੰਡੀਆ ਦੁਆਰਾ ਸੰਚਾਲਿਤ ਸਮਰੱਥਾ ਦਾ ਕਰੀਬ 20% ਹੋਵੇਗੀ। ਉਮੀਦ ਹੈ ਕਿ ਸਾਡਾ ਕਾਰੋਬਾਰ ਆਮ ਪੱਧਰ ਉੱਤੇ ਪਰਤੇਗਾ ਤੇ ਮੌਜੂਦਾ ਸਮੇਂ ਛਾਂਟੀ ਕੀਤੇ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇਗਾ। ਕੈਲੀਫੋਰਨੀਆ ਸੂਬੇ ਦੀ ਮਰਸੇਡ ਕਾਉਂਟੀ ਦੀ ਮੁੱਖ ਜੇਲ੍ਹ ਵਿੱਚੋਂ ਪਿਛਲੇ ਦਿਨੀ ਫਰਾਰ ਹੋਏ 6 ਵਿੱਚੋਂ 3 ਕੈਦੀਆਂ ਨੂੰ ਪੁਲਿਸ ਨੇ ਦੁਬਾਰਾ ਫੜ ਲਿਆ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੱਜੇ ਹੋਏ ਕੈਦੀਆਂ ਵਿੱਚੋਂ ਲੋਸ ਬਾਨੋਸ ਨਾਲ ਸੰਬੰਧਿਤ 22 ਸਾਲਾ ਫੈਬੀਅਨ ਕਰੂਜ਼ ਰੋਮਨ ਅਤੇ ਪਲਾਂਡਾ ਦੇ 21 ਸਾਲਾ ਐਂਡਰਸ ਨੂਨੇਜ਼ ਰੋਡਰਿਗਜ਼ ਨੂੰ ਮੰਗਲਵਾਰ ਰਾਤ ਤਕਰੀਬਨ 8:30 ਵਜੇ ਸੈਨ ਡਿਏਗੋ ਖੇਤਰ ਵਿੱਚ ਫੜ ਲਿਆ ਗਿਆ ਸੀ। ਇਸ ਸੰਬੰਧੀ ਮਰਸੇਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਅਨੁਸਾਰ ਇਹਨਾਂ ਕੈਦੀਆਂ ਨੂੰ ਵਾਪਸ ਮਰਸਡ ਕਾਉਂਟੀ ਵਿੱਚ ਲਿਜਾਇਆ ਜਾ ਰਿਹਾ। ਇਹਨਾਂ ਕੈਦੀਆਂ ਉੱਤੇ ਰੋਮਨ ਕਤਲ, ਰੋਡਰਿਗਜ਼ ਕਤਲ ਦੀ ਕੋਸ਼ਿਸ਼, ਗੋਲੀ ਚਲਾਉਣ, ਅਪਰਾਧੀ ਗਿਰੋਹ ਵਿੱਚ ਹਿੱਸਾ ਲੈਣ ਆਦਿ ਦੇ ਦੋਸ਼ ਲੱਗੇ ਨੇ। ਇਹਨਾਂ ਨਾਲ ਇੱਕ ਤੀਜੇ ਭਗੌੜੀ ਕੈਦੀ ਪੋਰਟਲੈਂਡ ਦੇ 22 ਸਾਲਾ ਐਡਗਰ ਐਡਵਾਰਡੋ ਵੈਂਤੂਰਾ ਨੂੰ ਮਰਸਡ ਕਾਉਂਟੀ ਦੇ ਸ਼ੈਰਿਫ ਵਰਨ ਵਾਨਕੇ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਫਾਇਰਬਾਗ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀ ਵਾਰਨਕੇ ਨੇ ਦੱਸਿਆ ਕਿ ਇਹਨਾਂ ਭਗੌੜੇ ਕੈਦੀਆਂ ਨੂੰ ਫੜਨ ਲਈ ਵਿਭਾਗ ਨੇ 24 ਘੰਟੇ ਲਗਾਤਾਰ ਮਿਹਨਤ ਕੀਤੀ ਹੈ, ਜੋ ਸਾਰੇ 6 ਕੈਦੀਆਂ ਦੇ ਹਿਰਾਸਤ ਵਿੱਚ ਆਉਣ ਤੱਕ ਜਾਰੀ ਰਹੇਗੀ। ਭੱਜੇ ਹੋਏ ਬਾਕੀ ਕੈਦੀਆਂ ਨੂੰ ਲੱਭਣ ਲਈ ਸੰਯੁਕਤ ਰਾਜ ਮਾਰਸ਼ਲ ਸਰਵਿਸ ਵੱਲੋਂ ਪ੍ਰਤੀ ਕੈਦੀ $5000 ਤੱਕ ਦਾ ਇਨਾਮ ਰੱਖਿਆ ਗਿਆ ਹੈ। 26 ਜਨਵਰੀ ਭਾਵ ਗਣਤੰਤਰ ਦਿਵਸ ਉੱਤੇ ਕਿਸਾਨਾਂ ਵੱਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਉੱਤੇ ਵਿਵਾਦ ਸ਼ੁਰੂ ਹੋ ਗਿਆ। ਦਰਅਸਲ ਪੰਜਾਬ ਦੇ 2 ਪਿੰਡਾਂ ਨੇ
ਟਰੈਕਟਰ ਮਾਰਚ ਵਿੱਚ ਸ਼ਾਮਲ ਨਾ ਹੋਣ ਵਾਲੇ ਲੋਕਾਂ ਉੱਤੇ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਹੈ। ਇਹਨਾਂ ਪਿੰਡਾਂ ਦਾ ਨਾਮ ਮੋਗਾ ਦਾ ਰਾਊਕੇ ਕਲਾਂ ਅਤੇ ਉਹਨਾਂ ਲੋਕਾਂ ਨਾਲ 1200 ਰੁਪਏ ਵਸੂਲਣਗੇ ਜੋ ਗਣਤੰਤਰ ਦਿਵਸ ਤੇ ਟਰੈਕਟਰ ਮਾਰਚ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਨੇ। ਸੰਗਰੂਰ ਵਿੱਚ ਇਹ ਐਲਾਨ ਭਾਰਤੀ ਕਿਸਾਨ ਯੂਨੀਅਨ ਸਮੂਹ ਦੇ ਨੇਤਾ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ 'ਚ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਮਾਰਚ ਵਿੱਚ ਸ਼ਾਮਲ ਨਾ ਹੋਣ ਵਾਲੇ ਪਰਿਵਾਰ ਤੋਂ 2100 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਸਰਬਸੰਮਤੀ ਨਾਲ ਤੈਅ ਕੀਤਾ ਗਿਆ ਹੈ ਕਿ ਜੋ ਲੋਕ ਮਾਰਚ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਨੇ ਉਹਨਾਂ ਨੂੰ 2100 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਡੀਜ਼ਲ ਖਰਚ ਲਈ ਜੁਰਮਾਨਾ ਜਾਂ ਯੋਗਦਾਨ ਮੰਨ ਸਕਦੇ ਹੋ, ਪਰ ਇਹ ਫੈਸਲਾ ਅੰਤਿਮ ਫੈਸਲਾ ਹੈ। BKU ਨੇਤਾਵਾਂ ਨੇ ਇਹ ਵੀ ਕਿਹਾ ਹੈ ਕਿ ਜੋ ਮਾਰਚ ਵਿੱਚ ਸ਼ਾਮਲ ਨਹੀਂ ਹੋਣਗੇ ਉਹਨਾਂ ਨੂੰ ਭਵਿੱਖ ਵਿੱਚ ਕਿਸਾਨ ਯੂਨੀਅਨ ਦਾ ਕੋਈ ਸਮਰਥਨ ਨਹੀਂ ਮਿਲੇਗਾ। ਕਿਸਾਨ ਨੇਤਾ ਗੁਰਨਾਮ ਸਿੰਘ ਨੇ ਕਿਹਾ ਕਿ ਜੋ ਲੋਕ ਇਨਕਾਰ ਕਰ ਰਹੇ ਨੇ ਉਹਨਾਂ ਨੇ 1200 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰ ਰਹੇ ਹਨ। ਹਰ ਪਰਿਵਾਰ ਤੋਂ ਘੱਟ ਇੱਕ ਮੈਂਬਰ ਨੂੰ ਮਾਰਚ ਦਾ ਸਮਰਥਨ ਕਰਨ ਲਈ ਕਿਹਾ ਜਾ ਰਿਹਾ ਹੈ। ਪੰਜਾਬ ਦੇ ਕਈ ਪਿੰਡਾਂ ਵਿੱਚ ਔਰਤਾਂ ਨੂੰ ਟਰੈਕਟਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੇਂਦਰੀ ਅਮਰੀਕਾ ਦੇ ਤਕਰੀਬਨ 15 ਰਾਜਾਂ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਵਿੱਚ ਬੁੱਧਵਾਰ ਨੂੰ ਵਾਸ਼ਿੰਗਟਨ ਅਤੇ ਓਰੇਗਨ ਵਿੱਚ ਆਇਆ ਜਾਨਲੇਵਾ ਤੂਫਾਨ ਕੇਂਦਰੀ ਅਮਰੀਕਾ ਵੱਲ ਜਾ ਰਿਹਾ ਹੈ, ਜਿਸ ਤੇ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਤੱਕ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਹੈ। ਵਾਸ਼ਿੰਗਟਨ ਦੇ ਸਪੋਕਨ ਵਿੱਚ ਬੁੱਧਵਾਰ ਨੂੰ ਆਏ ਇਸ ਤੂਫਾਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੂਰਬੀ ਪੋਰਟਲੈਂਡ ਓਰੇਗਨ ਵਿੱਚ ਇੱਕ ਔਰਤ ਅਜੇ ਤੱਕ ਲਾਪਤਾ ਹੈ। ਇਸ ਦੇ ਇਲਾਵਾ ਪੱਛਮ ਵਿੱਚ 70 ਮੀਲ ਪ੍ਰਤੀ ਘੰਟਾ ਤੋਂ ਵੱਧ ਤੇਜ਼ ਹਵਾਵਾਂ ਅਤੇ 10 ਇੰਚ ਤੱਕ ਭਾਰੀ ਬਾਰਿਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਸੀ। ਇਹ ਤੂਫਾਨ ਹੁਣ ਪੂਰਬ ਵੱਲ ਵੱਧ ਰਿਹਾ ਹੈ, ਜਿਸ ਵਿੱਚ ਮੌਂਟਾਨਾ ਕੋਲੋਰਾਡੋ ਵਿੱਚ 80 ਤੋਂ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਨੇ। ਇਸ ਤੂਫਾਨ ਨਾਲ ਮਿਨੀਸੋਟਾ ਅਤੇ ਉੱਤਰੀ ਆਇਓਵਾ ਦੇ ਕੁਝ ਹਿੱਸਿਆਂ ਵਿੱਚ 6 ਤੋਂ 12 ਇੰਚ ਤੱਕ ਬਰਫ਼ ਪੈ ਸਕਦੀ ਹੈ, ਜਦਕਿ ਉੱਤਰ ਪੂਰਬ ਵਿੱਚ ਸਭ ਤੋਂ ਭਾਰੀ ਬਰਫ਼ਬਾਰੀ ਉੱਤਰੀ ਨਿਊਯਾਰਕ ਰਾਜ ਅਤੇ ਨਿਊ ਇੰਗਲੈਂਡ ਵਿੱਚ ਪਵੇਗੀ, ਜਿੱਥੇ ਇਸ ਹਫ਼ਤੇ ਦੇ ਅੰਤ ਤੱਕ 6 ਇੰਚ ਤੋਂ ਜ਼ਿਆਦਾ ਬਰਫ਼ ਪੈਣ ਦੀ ਸੰਭਾਵਨਾ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV।